ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤੇ ਅੱਜ ਇੱਕ ਦੂਸਰਾ ਹੋਰ ਦਿਹਾੜਾ ਵੀ ਹੈ, ਕਿਉਂਕਿ ਬਾਬਾ ਬੁੱਢਾ ਜੀ ਦਾ ਇਤਿਹਾਸ ਬਹੁਤਾਤ ਸੰਗਤ ਨੇ ਸੁਣਿਆ ਹੁੰਦਾ, ਉਹਨਾਂ ਨੂੰ ਪਤਾ ਹੈ, ਕਿਉਂਕਿ ਜਿਹੜੀਆਂ ਮਾਵਾਂ ਭੈਣਾਂ ਨੂੰ ਪੁੱਤਰ ਦੀ ਦਾਤ ਚਾਹੀਦੀ ਹੁੰਦੀ ਹੈ ਨਾ, ਉਹ ਬਾਬਾ ਬੁੱਢਾ ਜੀ ਦੇ ਦਰ ਦੇ ਉੱਤੇ ਬੀੜ ਬਾਬੇ ਬੁੱਢੇ ਕੀ ਵਿਖੇ ਮਿੱਸੇ ਪ੍ਰਸ਼ਾਦੇ ਤੇ ਲੱਸੀ ਦਾ ਲੰਗਰ ਲੈ ਕੇ ਜਾਂਦੀਆਂ, ਉਹਨਾਂ ਨੂੰ ਪੁੱਤਰ ਦੀ ਦਾਤ ਮਿਲ ਜਾਂਦੀ ਹੈ। ਤੇ ਸ਼ਬਦ ਦਾ ਜਾਪ ਵੀ ਜਪਦੀਆਂ, ਸਤਿਗੁਰ ਸਾਚੇ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ, ਉਦਰੇ ਮਾਏ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ। ਇਹ ਇਤਿਹਾਸ ਸਾਰਿਆਂ ਨੂੰ ਪਤਾ ਹੈ, ਪਰ ਖਾਲਸਾ ਜੀ ਇੱਕ ਹੋਰ ਇਤਿਹਾਸ ਵੀ ਅੱਜ ਦੇ ਦਿਨ ਦਾ ਬੜਾ ਪਾਵਨ ਹੈ, ਉਹਨਾਂ ਨੂੰ ਵੀ ਸ਼ਰਧਾਂਜਲੀ ਭੇਟ ਕਰੀਏ। ਉਹ ਨੇ ਬੁੱਢੇ ਦਲ ਦੇ ਚੌਥੇ ਜਥੇਦਾਰ ਸੁਲਤਾਨੁਲ ਕੌਮ ਜੱਸਾ ਸਿੰਘ ਜੀ ਆਹਲੂਵਾਲੀਆ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਦਾ ਇਤਿਹਾਸ ਖਾਲਸਾ ਜੀ ਬੜਾ ਹੀ ਅਮੀਰ ਹੈ। ਤੁਸੀਂ ਇੱਕ ਗੱਲ ਜਾਣ ਕੇ ਬੜੇ ਹੈਰਾਨ ਹੋਵੋਗੇ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੱਜੇ ਤੇ ਖੱਬੇ ਪਾਸੇ ਭਾਈ ਮਰਦਾਨਾ ਜੀ ਮੁਸਲਮਾਨ, ਭਾਈ ਬਾਲਾ ਜੀ ਹਿੰਦੂ, ਤੇ ਮਹਾਰਾਜ ਨੇ ਖਾਲਸਾ ਸਿੱਖ ਪੰਥ ਚਲਾਇਆ। ਮਾਰਿਆ ਸਿੱਖਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਹੁਣ ਉਹਨਾਂ ਦੇ ਸਿੱਖ ਅੱਗੋਂ ਜਥੇਦਾਰ ਸੁਲਤਾਨੁਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਦੀ ਵੀ ਸਾਖੀਆਂ ਕੁਝ ਐਸੀਆਂ ਹੀ ਨੇ। ਉਹ ਬੜੇ ਯੋਧੇ ਹੋਏ ਨੇ। ਖਾਲਸਾ ਜੀ ਜਦੋਂ ਗਜ਼ਨੀ ਦੇ ਬਾਜ਼ਾਰਾਂ ਦੇ ਅੰਦਰ ਹਿੰਦੂਆਂ ਦੀਆਂ ਬੇਟੀਆਂ ਨੂੰ, ਉਹਨਾਂ ਦੀਆਂ ਧੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਲੁੱਟ ਕੇ ਲੈ ਜਾਂਦਾ ਸੀਗਾ, ਤਦੋਂ ਰਾਤ ਨੂੰ ਸਿੰਘ ਜਿਹੜੇ 12 ਵਜੇ ਜਾ ਕੇ ਹਮਲਾ ਬੋਲਦੇ ਸੀ ਨਾ, ਉਹ ਵਾਲਾ ਇਤਿਹਾਸ ਮੈਂ ਤੁਹਾਡੇ ਨਾਲ ਸਾਂਝਾ ਕਰਨ ਲੱਗਾ, ਬੜੇ ਧਿਆਨ ਨਾਲ ਸੁਣਿਓ ਜੀ। ਬਾਬਾ ਜੱਸਾ ਸਿੰਘ ਜੀ ਜਥੇਦਾਰ ਸਾਹਿਬ ਆਹਲੂਵਾਲੀਆ ਜੀ ਬੁੱਢੇ ਦਲ ਦੇ ਚੌਥੇ ਜਥੇਦਾਰ ਹੋਏ ਨੇ। ਬੁੱਢੇ ਦਲ ਦੇ ਜਥੇਦਾਰਾਂ ਦੇ ਅੰਦਰੋਂ ਸਭ ਤੋਂ ਪਹਿਲੇ ਜਥੇਦਾਰ ਬਾਬਾ ਵਿਨੋਦ ਸਿੰਘ ਜੀ, ਜੋ ਕਲਗੀਧਰ ਪਾਤਸ਼ਾਹ ਨੇ ਥਾਪ ਕੇ ਵਜ਼ੀਰ ਖਾਨ ਦਾ ਆਪਣੇ ਪੁੱਤਰਾਂ ਦਾ ਬਦਲਾ ਲੈਣ ਦੇ ਲਈ ਬੰਦੇ ਬਹਾਦਰ ਨੂੰ ਉਹਨਾਂ ਦੀ ਸਰਪ੍ਰਸਤੀ ਹੇਠ ਭੇਜਿਆ ਸੀ। ਦੂਸਰੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ, ਗੁਰੂ ਅੰਗਦ ਦੇਵ ਮਹਾਰਾਜ ਦੀ ਅੰਸ਼ ਬੰਸ਼ ਚੋਂ। ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਬੁੱਢੇ ਦਲ ਦੇ। ਨਵਾਬ ਕਪੂਰ ਸਿੰਘ ਜੀ ਜਿਹੜੇ ਘੋੜੀਆਂ ਦੀ ਲਿੱਦ ਚੱਕਦੇ ਸੀਗੇ, ਤੇ ਉਹਨਾਂ ਨੂੰ ਹੁਕਮਨਾਮਾ ਆਇਆ ਸੀਗਾ, ਟਹਿਲ ਮਹਿਲ ਤਾਂ ਕੋ ਮਿਲੈ ਜਾਂ ਕੋ ਸਾਧ ਕਿਰਪਾਲ, ਤੇ ਉਹਨਾਂ ਨੂੰ ਤੀਸਰੀ ਜਥੇਦਾਰੀ ਮਿਲੀ ਸੀ। ਚੌਥੇ ਨੰਬਰ ਦੇ ਜਥੇਦਾਰ ਸੀਗੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਦਾ ਜਨਮ ਹੈ 1734 ਦਾ, 23 ਮਈ 1734। ਉਹਨਾਂ ਦੇ ਪਿਤਾ ਜੀ ਦਾ ਨਾਮ ਹੈ ਬਦਰ ਸਿੰਘ ਜੀ। 3 ਸਾਲ ਦੀ ਉਮਰ ਦੇ ਅੰਦਰ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ, ਬਦਰ ਸਿੰਘ ਜੀ, ਤੇ ਲਾਹੌਰ ਦੇ ਰਹਿਣ ਵਾਲੇ ਸਨ। ਜਦੋਂ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ, ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਮਾਤਾ ਸੁੰਦਰੀ ਜੀ ਦੇ ਕੋਲ ਤਕਰੀਬਨ 1741 ਦੇ ਅੰਦਰ, ਜਦੋਂ ਉਹਨਾਂ ਦੀ ਉਮਰ 7 ਸਾਲ ਦੀ ਸੀਗੀ, ਮਾਤਾ ਸੁੰਦਰੀ ਜੀ ਦੇ ਕੋਲ ਲਿਆਏ ਦਿੱਲੀ। ਮਾਤਾ ਸੁੰਦਰੀ ਜੀ 10ਵੇਂ ਪਾਤਸ਼ਾਹ ਮਹਾਰਾਜ ਦੇ ਦੂਜੇ ਨੰਬਰ ਦੇ ਮਹਿਲ ਨੇ, ਉਹਨਾਂ ਦੇ ਵਾਈਫ ਨੇ। 10ਵੇਂ ਪਾਤਸ਼ਾਹ ਮਹਾਰਾਜ ਦੇ ਵੱਡੇ ਮਹਿਲ ਬੀਬੀ ਜੀਤੋ ਜੀ, ਮਾਤਾ ਜੀਤੋ ਜੀ, ਤੇ ਮਾਤਾ ਸੁੰਦਰੀ ਜੀ, ਤੇ ਤੀਸਰੇ ਮਾਤਾ ਸਾਹਿਬ ਦੇਵਾਂ ਜੀ। ਮਾਤਾ ਸੁੰਦਰੀ ਜੀ ਦੇ ਕੋਲ ਜਦੋਂ ਦਿੱਲੀ ਆਏ ਤੇ ਉੱਥੇ ਗੁਰਮਤ ਦੀ ਵਿਦਿਆ ਪੜ੍ਹੀ, ਗੁਰਮੁਖੀ ਪੜ੍ਹੀ, ਗਣਿਤ ਪੜ੍ਹਿਆ, ਬਹੁਤ ਵਿਦਵਾਨ ਸੀਗੇ। ਧੀਰੇ ਧੀਰੇ ਪਰਸ਼ੀਅਨ ਭਾਸ਼ਾ ਸਿੱਖੀ, ਫਾਰਸੀ ਸਿੱਖੀ, ਉਰਦੂ ਸਿੱਖੀ, ਗੁਰਬਾਣੀ ਦਾ ਪਾਠ ਸਿੱਖਿਆ। ਉਮਰ 14 ਸਾਲ ਦੀ ਹੋ ਗਈ। 7 ਸਾਲ ਮਾਤਾ ਸੁੰਦਰੀ ਜੀ ਦੇ ਕੋਲ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਰਹੇ। ਜਦੋਂ ਰਹੇ ਤੇ ਉਹਨਾਂ ਨੂੰ ਹੁਕਮ ਲਾਇਆ ਮਾਤਾ ਜੀ ਨੇ, ਬਈ ਤੁਸੀਂ ਇਹ ਤੀਰਾਂ ਦਾ ਪੱਥਾ, ਕਿਰਪਾਨ, ਢਾਲ ਤੇ ਗੁਰਜ ਲੈ ਕੇ ਨਵਾਬ ਕਪੂਰ ਸਿੰਘ ਜੀ ਕੋਲ ਚਲੇ ਜਾਓ। ਉਹਨਾਂ ਦੇ ਮਾਮਾ ਜੀ ਦਾ ਨਾਮ ਸੀਗਾ ਬਾਗ ਸਿੰਘ ਜੀ। ਬਾਗ ਸਿੰਘ ਜੀ ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ ਲੈ ਕੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਕੋਲ ਭੇਜਦੇ ਨੇ। ਨਵਾਬ ਕਪੂਰ ਸਿੰਘ ਜੀ ਉਹਨਾਂ ਨੂੰ ਪੁੱਛਦੇ ਨੇ, ਬੇਟਾ ਤੁਸੀਂ ਕੀ ਵਜਾ ਲੈਂਦੇ ਹੋ, ਕੀਰਤਨ ਕਿਹਦਾ ਕਰ ਲੈਂਦੇ ਹੋ? ਕਿਹਾ ਮੈਂ 2 ਤਾਰਾਂ ਵਾਲੇ ਤੰਤੀ ਸਾਜ਼ ਵਜਾ ਲੈਂਦਾ, ਕੀਰਤਨ ਸੁਣਾਓ। ਜਦੋਂ ਕੀਰਤਨ ਸੁਣਾਇਆ,
ਇੰਨੀ ਪ੍ਰੇਮ ਦੇ ਨਾਲ ਕੀਰਤਨ ਸੁਣਾਇਆ, ਨਵਾਬ ਕਪੂਰ ਸਿੰਘ ਜੀ ਦੇ ਮਨ ਨੂੰ ਭਾ ਗਿਆ। ਕਹਿੰਦੇ ਤੂੰ ਸਾਡਾ ਪੁੱਤਰ ਬਣ ਕੇ ਇੱਥੇ ਹੀ ਰਹਿ, ਜੱਥੇ ਦੇ ਅੰਦਰ, ਬੁੱਢੇ ਦਲ ਦੇ ਅੰਦਰ ਸੇਵਾ ਕਰ। ਸੇਵਾ ਕਰਨ ਲੱਗ ਪਏ। ਹੁਣ ਜਿਹੜੋ ਦਿੱਲੀ ਤੋਂ ਆਏ, ਤੁਹਾਨੂੰ ਪਤਾ ਦਿੱਲੀ ਦੇ ਬੰਦੇ ਹਿੰਦੀ ਬੋਲਦੇ ਨੇ, ਚਾਹੇ ਸਿੱਖ ਵੀ ਨੇ ਨਾ, ਉਹ ਹਮਕੀ ਤੁਮਕੀ ਕਰਦੇ ਨੇ, ਤੇ ਉਹ ਹਮਕੀ ਤੁਮਕੀ ਬੋਲਦੇ ਸੀਗੇ। ਤੇ ਜਥੇਦਾਰ ਨਵਾਬ ਕਪੂਰ ਸਿੰਘ ਜੀ ਨੇ ਜਦੋਂ ਸੇਵਾ ਲਾਈ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ, ਤੇ ਨਾ ਸਿੰਘ ਜਿਹੜੇ ਸੀਗੇ ਉਹ ਸ਼ਰਾਰਤੀ ਵੀ ਕਈ ਹੁੰਦੇ ਨੇ ਮੇਰੇ ਵਰਗੇ, ਉਹ ਕਹਿੰਦੇ ਹਮਕੀ ਮੈਨੂੰ ਪ੍ਰਸ਼ਾਦਾ ਦੇਈਂ, ਨਾਲ ਹੀ ਪਿੱਛੋਂ ਦੂਜਾ ਬੋਲਦਾ ਕਹਿੰਦਾ ਤੁਮਕੀ ਮੈਨੂੰ ਦੇਈਂ ਪ੍ਰਸ਼ਾਦਾ। ਛੇੜਨ ਲੱਗ ਪਏ ਸਿੰਘ। ਜੱਸਾ ਸਿੰਘ ਜੀ ਆਹਲੂਵਾਲੀਆ ਨਵਾਬ ਕਪੂਰ ਸਿੰਘ ਜੀ ਕੋਲ ਸ਼ਾਮ ਦੇ ਰਹਿਰਾਸ ਸਾਹਿਬ ਦੇ ਦੀਵਾਨ ਤੋਂ ਬਾਅਦ, ਜਿਵੇਂ ਹੁਣੇ ਰਹਿਰਾਸ ਸਾਹਿਬ ਦਾ ਦੀਵਾਨ ਹੈ ਨਾ, ਇਹਦੀ ਸਮਾਪਤੀ ਤੋਂ ਬਾਅਦ ਸਾਰੀ ਸੰਗਤ ਏਦਾਂ ਹੀ ਬੈਠੀ ਸੀ। ਕਿਹਾ ਬਾਬਾ ਜੀ ਮੈਨੂੰ ਹਮਕੀ ਤੁਮਕੀ ਕਹਿ ਕੇ ਛੇੜਦੀ ਹੈ ਸੰਗਤ, ਤੁਹਾਡੇ ਸਿੰਘ ਛੇੜਦੇ ਨੇ। ਨਵਾਬ ਕਪੂਰ ਸਿੰਘ ਜੀ ਕਹਿੰਦੇ ਜੱਸਾ ਸਿੰਘ ਜੀ ਇਹਨਾਂ ਦੀ ਗੱਲ ਦਾ ਗੁੱਸਾ ਨਹੀਂ ਮੰਨੀਦਾ, ਮੈਂ ਇਹਨਾਂ ਦੇ ਘੋੜਿਆਂ ਦੀ ਸਿੰਘਾਂ ਦੀ ਲਿੱਦ ਚੱਕਦਾ ਸੀਗਾ, ਇਹਨਾਂ ਨੇ ਮੈਨੂੰ ਨਵਾਬੀ ਦੇ ਦਿੱਤੀ, ਤੂੰ ਇਹਨਾਂ ਦੀ ਹਮਕੀ ਤੁਮਕੀ ਸਹਾਰ ਲਿਆ ਕਰ, ਤੈਨੂੰ ਬਾਦਸ਼ਾਹ ਬਣਾ ਦੇਣਗੇ। ਸਿੰਘਾਂ ਨੇ ਗੱਲ ਨੋਟ ਕਰ ਲਈ, ਕਿਉਂਕਿ ਜਥੇਦਾਰਾਂ ਦੇ ਮੁਖ ਤੋਂ ਜੋ ਗੱਲ ਨਿਕਲਦੀ ਸੀ ਉਹ ਪਹਿਲਾਂ ਸਿੰਘ ਨੋਟ ਕਰਦੇ ਸੀ, ਉਸ ਤੇ ਬੜਾ ਧਿਆਨ ਦਿੰਦੇ ਸੀ ਵੀ ਜਥੇਦਾਰ ਸਾਹਿਬ ਨੇ ਕਹੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਹੈ। ਗੱਲ ਸਿੰਘਾਂ ਨੇ ਨੋਟ ਕਰ ਲਈ। ਤੇ ਜਦੋਂ ਬਾਬਾ ਨਵਾਬ ਕਪੂਰ ਸਿੰਘ ਜੀ ਚੜ੍ਹਾਈ ਕਰੇ ਸ਼੍ਰੀ ਅੰਮ੍ਰਿਤਸਰ ਸਾਹਿਬ, ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿਛਲੇ ਪਾਸੇ ਨਵਾਬ ਕਪੂਰ ਸਿੰਘ ਜੀ ਦਾ ਦਿਉਰਾ ਜਿੱਥੇ ਸੰਸਕਾਰ ਹੋਇਆ ਸੀ, ਤੁਸੀਂ ਹੁਣ ਅੰਮ੍ਰਿਤਸਰ ਸਾਹਿਬ ਜਾਓ, ਉਸ ਸਥਾਨ ਦੇ ਵੀ ਜ਼ਰੂਰ ਦਰਸ਼ਨ ਕਰੋ, ਸ਼ਹੀਦਾਂ ਦੇ ਸਥਾਨਾਂ ਦੇ। ਸੋ ਉਹਦੇ ਬਾਅਦ ਜਥੇਦਾਰੀ ਮਿਲੀ ਨਵਾਬ ਕਪੂਰ ਸਿੰਘ ਜੀ ਤੋਂ ਬਾਅਦ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ, ਤੇ ਖਾਲਸਾ ਜੀ ਉਹਨਾਂ ਨੇ ਫੇਰ 1746 ਦੇ ਅੰਦਰ ਛੋਟਾ ਘੱਲੂਘਾਰਾ ਹੋਇਆ ਕਾਨੂੰਵਾਨ ਦੀ ਛੰਭ ਦੇ ਅੰਦਰ। ਇਹ ਇਤਿਹਾਸ ਲਿਖਿਆ ਪੰਥ ਪ੍ਰਕਾਸ਼ ਗ੍ਰੰਥ ਰਤਨ ਸਿੰਘ ਜੀ ਭੰਗੂ ਦਾ। ਤੇ ਦੂਸਰਾ 1762 ਦੇ ਅੰਦਰ ਵੱਡਾ ਘੱਲੂਘਾਰਾ ਹੋਇਆ, ਜਿਸ ਦੇ ਅੰਦਰ ਤਕਰੀਬਨ 70,000 ਸਿੰਘ ਬੀਬੀਆਂ ਤੇ ਬਜ਼ੁਰਗ ਜੰਗ ਦੇ ਅੰਦਰ ਚੜ੍ਹਾਈ ਕਰ ਗਏ। ਉਹ ਅੱਜ ਦਾ ਵਿਸ਼ਾ ਨਹੀਂ, ਉਹ ਵੀ ਬੜਾ ਲੰਬਾ ਜੰਗ ਦਾ ਵਿਸ਼ਾ ਹੈ। ਉਸ ਦੇ ਅੰਦਰ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਜੱਸਾ ਸਿੰਘ ਜੀ ਰਾਮਗੜੀਆ ਇਹ ਮੋਹਰੀ ਹੋ ਕੇ ਜੰਗ ਦੇ ਅੰਦਰ ਲੜੇ ਸੀਗੇ, ਤੇ ਸਿੰਘਾਂ ਨੂੰ ਬਹੁਤਾਂ ਦੀ ਜਾਨ ਬਚਾਈ, ਸਿੰਘਾਂ ਨੂੰ ਘਰੋਂ ਘਰੀ ਪਹੁੰਚਾਇਆ। ਤੇ ਜਦੋਂ ਅਬਦਾਲੀ ਦਾ ਹਮਲਾ ਹੁੰਦਾ ਸੀ, ਸੀਗਾ, ਤਦੋਂ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਜੀ ਸਨ ਮਾਹ ਸਿੰਘ ਜੀ, ਉਹਨਾਂ ਨੇ ਕਿਹਾ ਸੀ ਵੀ ਸਾਰੀ ਮਿਸਲਾਂ ਨਾ ਆਪਣਾ ਆਪਣਾ ਨਿਸ਼ਾਨ ਸਾਹਿਬ ਲੈ ਕੇ ਲੜਨਗੀਆਂ। ਤਦ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਕਿਹਾ ਨਹੀਂ, ਕਹਿੰਦੇ ਸਿੰਘ ਸਾਰੇ ਇਕੱਠੇ ਹੋ ਕੇ ਲੜਾਂਗੇ। ਇੱਕ ਨਿਸ਼ਾਨ ਸਾਹਿਬ ਦੇ ਹੇਠ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੇ 12 ਮਿਸਲਾਂ ਨੂੰ ਇਕੱਠਾ ਕਰਕੇ ਅਬਦਾਲੀ ਨੂੰ ਭਾਜਣਾ ਪਾਈਆਂ, ਖਦੇੜ ਦਿੱਤਾ ਸੀ। ਅਬਦਾਲੀ ਨੇ ਆਪਣੇ ਚੇਲੇ ਜਹਾਨ ਖਾਨ ਨੂੰ ਅੰਮ੍ਰਿਤਸਰ ਸਾਹਿਬ ਛੱਡਿਆ, ਤੇ ਜਹਾਨ ਖਾਨ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਧੂਲ ਚਟਾਈ ਸੀ ਜੰਗ ਦੇ ਅੰਦਰ। ਤੇ ਜਦੋਂ ਭੱਜ ਕੇ ਜਾਣ ਲੱਗਾ, ਉਹਦੀ ਬੇਗਮ ਦਾ ਡੋਲਾ ਪਿੱਛੇ ਰਹਿ ਗਿਆ। ਬੇਗਮ ਸਮਝਦੇ ਹੋ ਨਾ, ਵੀ ਉਹਦੀ ਘਰਵਾਲੀ ਦਾ ਜਿਹੜਾ ਡੋਲਾ ਸੀ, ਜਦੋਂ ਕੁਹਾਰ ਚੱਕਦੇ ਸੀ, ਉਹ ਡੋਲਾ ਸਿੰਘਾਂ ਦੇ ਹੱਥ ਲੱਗ ਗਿਆ। ਕਿਹਾ ਮਹਾਰਾਜ, ਬਾਬਾ ਜੱਸਾ ਸਿੰਘ ਜੀ ਜਥੇਦਾਰ ਸੀਗੇ ਬੁੱਢੇ ਦਲ ਦੇ ਚੌਥੇ, ਕਿਹਾ ਬਾਬਾ ਜੀ ਜਹਾਨ ਖਾਨ ਦੀ ਬੇਗਮ ਦਾ ਡੋਲਾ ਲੈ ਕੇ ਸਿੰਘ ਆਏ ਨੇ। ਬਾਬਾ ਜੀ ਤਖਤ ਸਾਹਿਬ ਤੇ ਬੈਠੇ ਸੀ, ਸੰਗਤ ਦੀ ਫਰਿਆਦ ਸੁਣ ਰਹੇ ਸੀ, ਖੜੇ ਹੋ ਗਏ। ਕਹਿੰਦੇ ਡੋਲੇ ਦੇ ਅੰਦਰੋਂ ਪਰਦਾ ਨਾ ਖੋਲਿਆ ਜਾਵੇ, ਉਸ ਬੇਗਮ ਨੂੰ ਬੇਪਰਦਾ ਨਾ ਕੀਤਾ ਜਾਵੇ। ਕਿਹਾ ਬਾਬਾ ਜੀ ਹਿੰਦੂਆਂ ਦੀਆਂ ਬੇਟੀਆਂ ਉਠਾ ਉਠਾ ਕੇ ਜਹਾਨ ਖਾਨ ਲੈ ਕੇ ਆਏ, ਟਕੇ ਟਕੇ ਤੇ ਵੇਚਦਾ ਰਿਹਾ ਸੀ, ਉਹ ਬੇਟੀਆਂ ਨੂੰ ਬਚਾ ਕੇ ਘਰੀ ਘਰੀ ਪਹੁੰਚਾਇਆ। ਅੱਜ ਉਹਦੀ ਬੇਗਮ ਆਈ ਹੈ, ਤੁਸੀਂ ਕਹਿੰਦੇ ਸ਼ਾਇਦ ਬੇਪਰਦਾ ਨਾ ਕਰੋ, ਅਸੀਂ ਤੇ ਕਹਿੰਦੇ ਬੇਪੱਤ ਕਰ ਦਈਏ। ਕਿਹਾ ਖਬਰਦਾਰ, ਗੁਰੂ ਕਾ ਸਿੰਘ ਉਹ ਹੁੰਦਾ ਪਰ ਬੇਟੀ ਕੋ ਬੇਟੀ ਜਾਨਾ ਹੈ, ਪਰ ਇਸਤਰੀ ਕੋ ਮਾਤ ਬਖਾਨਾ ਹੈ। ਪਰਾਈ ਇਸਤਰੀ ਨੂੰ ਮਾਂ ਦੇ ਸਮਾਨ ਸਮਝੇ ਵੱਡੀ ਹੈ, ਛੋਟੀ ਨੂੰ ਧੀ ਦੇ ਸਮਾਨ ਸਮਝੇ, ਬਰਾਬਰ ਨੂੰ ਭੈਣ ਦੇ ਸਮਾਨ ਸਮਝੇ। 5 ਸਿੰਘ ਜਾ ਕੇ ਇਸ ਦੀ ਬੇਗਮ ਨੂੰ ਵਾਪਸ ਕਸ਼ਮੀਰ ਵਿੱਚ ਲੁਟਾ ਕੇ ਆਓ। 5 ਸਿੰਘ ਗਏ ਖਾਲਸਾ ਜੀ ਅਰਦਾਸ ਕਰਕੇ, ਬੇਪਰਦਾ ਹੀ ਜਹਾਨ ਖਾਨ ਦੀ ਬੇਗਮ ਨੂੰ ਵਾਪਸ ਕਰਕੇ ਆਏ। ਉਹ ਸੀਗਾ ਸਿੰਘਾਂ ਦਾ ਕਰਤਾਰ। ਜਦੋਂ ਜਹਾਨ ਖਾਨ ਨੂੰ ਪਤਾ ਲੱਗਿਆ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਰਿਆਦਾ ਨੂੰ ਇਨ ਬਿਨ ਬਰਕਰਾਰ ਰੱਖਿਆ। ਜਹਾਨ ਖਾਨ ਨੇ ਵੀ ਉਸਤਤ ਕਰ ਦਿੱਤੀ। ਖਾਲਸਾ ਜੀ ਸਵਾਦ ਹੀ ਉਸ ਦਿਨ ਆਂਦਾ ਹੈ ਜਿਸ ਦਿਨ ਦੁਸ਼ਮਣ ਤਾਰੀਫ ਕਰੇ ਤੁਹਾਡੀ,
ਉਸ ਦਿਨ ਪਤਾ ਲੱਗਦਾ ਵੀ ਬੰਦੇ ਦੇ ਅੰਦਰ ਸੱਚਾਈ ਹੈ ਹਿਰਦੇ 'ਚ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ 1777 ਦੇ ਅੰਦਰ 1777 ਦੇ ਅੰਦਰ ਫਿਰ ਇੱਕ ਰਾਜਧਾਨੀ ਕਾਇਮ ਕੀਤੀ ਕਪੂਰਥਲੇ ਦੇ ਅੰਦਰ, ਕਿਉਂਕਿ ਦੋ ਰਾਜਧਾਨੀਆਂ ਸਿੰਘਾਂ ਦੀਆਂ ਬਣਾਈਆਂ ਜੱਸਾ ਸਿੰਘ ਜੀ ਆਹਲੂਵਾਲੀਆ ਨੇ। ਪਹਿਲੀ ਜਿਹੜੀ ਰਾਜਧਾਨੀ ਬਣਾਈ ਉਹ ਫਤਿਆਬਾਦ ਹਰਿਆਣੇ ਦੇ ਅੰਦਰ ਬਣਾਈ, ਦੂਸਰੀ ਰਾਜਧਾਨੀ ਸਿੰਘਾਂ ਦੀ ਕਪੂਰਥਲੇ ਦੇ ਅੰਦਰ ਬਣਾਈ ਜੋ ਅੱਜ ਵੀ ਮੌਜੂਦ ਹੈ। ਤੇ ਉੱਥੇ ਉਹਨਾਂ ਦੇ ਜਿਹੜੇ ਮਾਮਾ ਜੀ ਸੀਗੇ ਬਾਘ ਸਿੰਘ ਜੀ, ਉਹਨਾਂ ਦਾ ਕੋਈ ਪੁੱਤਰ ਨਹੀਂ ਸੀਗਾ, ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਮਿਲ ਗਈ। ਤੇ ਉੱਥੇ ਬਹੁਤ ਸੁੰਦਰ ਗੁਰਦੁਆਰਾ ਅੱਜ ਵੀ ਸੁਸ਼ੋਭਿਤ ਹੈ। ਜਦੋਂ ਤੁਹਾਡਾ ਕਪੂਰਥਲੇ ਤੁਸੀਂ ਜਾਓ, ਚੱਕਰ ਲੱਗੇ, ਉਹਨਾਂ ਦੀ ਹਵੇਲੀ ਦੇ ਵੀ ਜ਼ਰੂਰ ਦਰਸ਼ਨ ਕਰੋ। ਸੋ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਇਸ ਤਰ੍ਹਾਂ ਖਾਲਸਾ ਜੀ 1753 ਦੇ ਅੰਦਰ ਜਦੋਂ ਸਿੰਘਾਂ ਨੇ ਦੇਖਿਆ ਬਈ ਹੁਣ ਤੁਰਕ ਇੱਥੋਂ ਭੱਜਣ ਲੱਗ ਪਏ ਨੇ, ਸਿੰਘਾਂ ਨੇ ਜਾ ਕੇ ਦਿੱਲੀ ਤੇ ਹੱਲਾ ਬੋਲ ਦਿੱਤਾ। ਦਿੱਲੀ ਤੇ ਹੱਲਾ ਬੋਲਿਆ ਜੱਸਾ ਸਿੰਘ ਜੀ ਰਾਮਗੜੀਆ, ਜੱਸਾ ਸਿੰਘ ਜੀ ਆਹਲੂਵਾਲੀਆ, ਤਾਰਾ ਸਿੰਘ ਜੀ, ਹੋਰ ਯੋਧੇ ਸੂਰਬੀਰ ਸਾਰੇ ਇਕੱਠੇ ਹੋ ਕੇ ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ। ਜਦੋਂ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾਇਆ, 5 ਜਕਾਰੇ ਲਾਏ, ਦਿੱਲੀ ਫਤਿਹ ਕਰ ਲਈ। ਜਿਹੜੀ ਦਿੱਲੀ ਮੁਗਲਾਂ ਤੋਂ ਵੀ ਨਾ ਜਿੱਤੀ ਜਾ ਰਹੀ ਸੀ, ਅੰਗਰੇਜ਼ਾਂ ਤੋਂ ਵੀ ਹਾਰ ਕੇ ਸਿੰਘਾਂ ਨੇ ਉੱਤੇ ਜਾ ਕੇ ਨਿਸ਼ਾਨ ਸਾਹਿਬ ਲਾਇਆ। ਬਾਬਾ ਬਘੇਲ ਸਿੰਘ ਜੀ ਵੀ ਨਾਲ ਸਨ। ਤੇ ਉੱਤੋਂ ਹੀ ਦੂਸਰੇ ਪਾਸੇ ਹੋਲੇ ਮਹੱਲੇ ਦਾ ਦਿਹਾੜਾ ਆ ਗਿਆ ਅਨੰਦਪੁਰ ਸਾਹਿਬ ਦਾ। ਸਿੰਘਾਂ ਨੇ ਕਿਹਾ ਬਈ ਜਿਹੋ ਜੀ ਦਿੱਲੀ ਮਾਰੀ ਉਹ ਜੀ ਬਿੱਲੀ ਮਾਰੀ, ਬਈ ਜਿਸ ਤਰ੍ਹਾਂ ਬਿੱਲੀ ਨੂੰ ਮਾਰਨਾ ਹੁੰਦਾ ਨਾ, ਉਸ ਤਰ੍ਹਾਂ ਦਿੱਲੀ ਮਾਰੀ, ਦਿੱਲੀ ਦਾ ਫੇਰ ਜਿੱਤ ਲਵਾਂਗੇ। ਪਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਖਾਲਸਾ ਜ਼ਰੂਰ ਚੜ੍ਹ ਕੇ ਜਾਵੇ। ਕਿਉਂ ਖਾਲਸਾ ਜੀ? ਜਦੋਂ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਛੱਡ ਰਹੇ ਸਨ, ਬਾਬਾ ਅਜੀਤ ਸਿੰਘ ਜੀ ਬਾਰ-ਬਾਰ ਮੁੜ ਕੇ ਪਿੱਛੇ ਦੇਖਦੇ ਸਨ ਤੇ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਨਾਗਣੀ ਮਾਰੀ ਸੀ, ਉਹਨਾਂ ਨੂੰ 10ਵੇਂ ਪਾਤਸ਼ਾਹ ਮਹਾਰਾਜ ਨੇ ਕਿਹਾ ਅਜੀਤ ਸਿੰਘ ਅੱਗੇ ਕਿਉਂ ਨਹੀਂ ਹੁੰਦਾ ਜੰਗ ਦੇ ਅੰਦਰ, ਅੱਗੇ ਕਿਉਂ ਨਹੀਂ ਹੁੰਦਾ, ਪਿੱਛੇ ਦੁਸ਼ਮਣਾਂ ਦੀ ਫੌਜ ਹਮਲਾ ਕਰ ਦੇਗੀ। ਬਾਬਾ ਅਜੀਤ ਸਿੰਘ ਜੀ ਕੋਲ ਬਾਬਾ ਬਚਿੱਤਰ ਸਿੰਘ ਜੀ ਸੁਨੇਹਾ ਲੈ ਕੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਛੇਤੀ ਕਰੋ, ਘੋੜਾ ਅੱਗੇ ਤੋਰੋ। ਕਿਹਾ ਮਹਾਰਾਜ ਆਨੰਦਾਂ ਦੀ ਪੂਰੀ ਨਹੀਂ ਛੱਡੀ ਜਾਂਦੀ। ਬਾਬਾ ਬਚਿੱਤਰ ਸਿੰਘ ਜੀ ਸੁਨੇਹਾ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ। ਕਿਹਾ ਮਹਾਰਾਜ ਤੁਹਾਡੀ ਆਨੰਦਾਂ ਦੀ ਪੂਰੀ ਬਾਬਾ ਅਜੀਤ ਸਿੰਘ ਤੋਂ ਛੱਡੀ ਨਹੀਂ ਜਾਂਦੀ। ਕਿਉਂ? 17 ਸਾਲ ਉੱਥੇ ਮਹਾਰਾਜ ਉਹਨਾਂ ਨੇ ਬਤੀਤ ਕੀਤੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੁਕਮ ਦਿੱਤਾ, ਕਿਹਾ ਬਾਬਾ ਅਜੀਤ ਸਿੰਘ ਨੂੰ ਕਹੋ ਹਰ ਹੋਲੇ ਮਹੱਲੇ ਦੇ ਉੱਤੇ ਅਸੀਂ ਆਪਣੀ ਗੈਬੀ ਫੌਜਾਂ ਦੇ ਨਾਲ, ਹਜ਼ੂਰੀ ਸਿੰਘਾਂ ਦੇ ਨਾਲ, ਹਰ ਹੋਲੇ ਮਹੱਲੇ ਦੇ ਉੱਤੇ ਜਦੋਂ ਖਾਲਸਾ ਮਹੱਲੇ ਤੇ ਚੜ੍ਹੇਗਾ, ਘੋੜਿਆਂ ਦੇ ਉੱਤੇ ਸ਼ਸਤਰਾਂ ਦੇ ਨਾਲ ਲੈਸ ਹੋਵੇਗਾ, ਉਦੋਂ ਅਸੀਂ ਵੀ ਆਪ ਦਰਸ਼ਨ ਦੇਵਾਂਗੇ। ਤੇ ਬਾਬਾ ਅਜੀਤ ਸਿੰਘ ਨੂੰ ਕਹੋ ਹੁਣ ਚੱਲਣ ਛੇਤੀ ਦੇ ਨਾਲ। ਸੋ ਖਾਲਸਾ ਜੀ ਬਾਬਾ ਬਘੇਲ ਸਿੰਘ ਜੀ, ਤਾਰਾ ਸਿੰਘ ਜੀ ਵਾਣ, ਬਾਬਾ ਜੱਸਾ ਸਿੰਘ ਰਾਮਗੜੀਆ, ਜਥੇਦਾਰ ਜੱਸਾ ਸਿੰਘ ਜੀ ਆਹਲੂਵਾਲੀਆ, ਉੱਥੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਸੁਲਤਾਨੁਲ ਕੌਮ ਦਾ ਖਿਤਾਬ 5 ਸਿੰਘਾਂ ਨੇ ਦੇ ਕੇ ਉਹਨਾਂ ਨੂੰ ਤਖਤ ਤੇ ਦਿੱਲੀ ਦੇ ਬਹਾ ਕੇ ਕਿਹਾ ਅੱਜ ਅਸੀਂ ਨਵਾਬ ਕਪੂਰ ਸਿੰਘ ਜੀ ਦਾ ਬਚਨ ਪੂਰਾ ਕਰ ਰਹੇ ਹਾਂ, ਜਿਹੜਾ ਉਹਨਾਂ ਨੇ ਕਿਹਾ ਸੀ ਸਿੰਘ ਤੈਨੂੰ ਬਾਦਸ਼ਾਹ ਬਣਾਣਗੇ। ਆਖਣਾ ਕਰੋ ਸਤਨਾਮ। ਸੁਲਤਾਨੁਲ ਕੌਮ ਦਾ ਖਿਤਾਬ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ 5 ਸਿੰਘਾਂ ਨੇ ਦਿੱਲੀ ਦੇ ਤਖਤ ਦੇ ਉੱਤੇ ਨਿਸ਼ਾਨ ਸਾਹਿਬ ਦੀ ਸਰਪ੍ਰਸਤੀ ਹੇਠ ਦਿੱਤਾ। ਉਹਦੇ ਬਾਅਦ ਸਿੰਘ ਹੋਲਾ ਮਹੱਲਾ ਮਨਾਉਣ ਅਨੰਦਪੁਰ ਸਾਹਿਬ ਚਲੇ ਗਏ। ਖਾਲਸਾ ਜੀ ਜਦੋਂ ਹੋਲਾ ਮਹੱਲਾ ਮਨਾਉਣ ਗਏ ਨਾ, ਤੇ ਪਤਾ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਿਹਦੇ ਤੇ ਗਏ? ਹਾਥੀ ਤੇ ਚੜ੍ਹ ਕੇ। ਉਹ ਹਾਥੀ ਅਹਿਮਦ ਸ਼ਾਹ ਅਬਦਾਲੀ ਦਾ ਸੀ, ਉਹਦਾ ਨਾਮ ਹਾਲਟਰ ਹਾਥੀ ਸੀਗਾ। ਉਹ ਸਿੰਘਾਂ ਨੇ ਪਹਿਲੇ ਮਰਹੱਟਿਆਂ ਨੇ ਪਾਣੀਪਤ ਦੀ ਜੰਗ ਦੇ ਅੰਦਰ ਖੋਇਆ ਅਬਦਾਲੀ ਤੋਂ, ਮਰਹੱਟਿਆਂ ਤੋਂ ਫਿਰ ਸਿੰਘਾਂ ਨੇ ਖੋਇਆ ਸੀ ਜਦੋਂ ਦਿੱਲੀ ਫਤਿਹ ਕਰੀ ਸੀ। ਉਹਦੇ ਉੱਤੇ ਬਹਾ ਕੇ ਸੁਲਤਾਨੁਲ ਕੌਮ ਬਣਾ ਕੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਲੈ ਕੇ ਆਏ। ਸਿੰਘ ਜਕਾਰੇ ਲਗਾਉਂਦੇ ਹੋਏ ਮਹੱਲੇ ਤੇ ਚੜੇ। ਅੱਜ ਉਹਨਾਂ ਦੀ ਬਰਸੀ ਹੈ ਖਾਲਸਾ ਜੀ। ਤੇ ਉਹਨਾਂ ਨੂੰ ਫੇਰ ਅਨੰਦਪੁਰ ਸਾਹਿਬ ਤੋਂ ਬਾਅਦ 1783 ਦੇ ਅੰਦਰ 20 ਅਕਤੂਬਰ ਵਾਲੇ ਦਿਨ ਸਿੰਘ ਲਿਖਦੇ ਨੇ, ਅੱਜ 23 ਅਕਤੂਬਰ ਹੈ, ਪੰਥ ਦਾ ਜੋ ਨਿਰਣਾ ਉਹ ਪ੍ਰਵਾਨ ਹੈ। 20 ਅਕਤੂਬਰ ਵਾਲੇ ਦਿਨ ਉਹਨਾਂ ਦਾ ਪੇਟ ਖਰਾਬ ਹੋਣ ਕਰਕੇ ਉੱਥੇ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਤੇ ਬੁੱਢੇ ਦਲ ਦੀ ਜਥੇਦਾਰੀ ਬਾਬਾ ਨੈਣਾ ਸਿੰਘ ਜੀ ਨੂੰ ਦਿੱਤੀ।
ਬਾਬਾ ਨੈਣਾ ਸਿੰਘ ਜੀ ਬੁੱਢੇ ਦਲ ਦੇ 5ਵੇਂ ਜਥੇਦਾਰ ਹੋਏ ਨੇ। ਉਹਨਾਂ ਦਾ ਇਤਿਹਾਸ ਫੇਰ ਕਿਸ ਦਿਨ ਵਿਚਾਰਾਂਗੇ, ਅੱਜ ਸਮਾਂ ਵਧੇਕ ਹੋ ਗਿਆ ਹੈ। ਉਹਦੇ ਬਾਅਦ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਬਾਬਾ ਅਟਲ ਜੀ ਦੇ ਵੱਲ ਜਾਈਏ ਅਸੀਂ, ਉਹਦੇ ਪਾਸੇ ਬਾਬਾ ਨਵਾਬ ਕਪੂਰ ਸਿੰਘ ਜੀ ਦੀ ਸਮਾਧ ਦੇ ਬਿਲਕੁਲ ਨਾਲ ਹੀ ਸਰਦਾਰ ਸੁਲਤਾਨੁਲ ਕੌਮ ਜੱਸਾ ਸਿੰਘ ਜੀ ਆਹਲੂਵਾਲੀਆ ਦਾ ਸੰਸਕਾਰ ਕੀਤਾ ਗਿਆ 20 ਅਕਤੂਬਰ 1783 ਨੂੰ। ਤੇ ਅੱਜ ਵਾਲਾ ਦਿਨ ਹੈ, ਅੱਜ ਮਹਾਪੁਰਸ਼ ਜੋਤੀ ਜੋਤ ਸਮਾਏ ਸਨ। ਸੋ ਖਾਲਸਾ ਜੀ 5ਵੀਂ ਜਥੇਦਾਰੀ ਦਿੱਤੀ ਜਥੇਦਾਰ ਬਾਬਾ ਨੈਣਾ ਸਿੰਘ ਜੀ ਨੂੰ। ਉਸ ਤੋਂ ਬਾਅਦ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ, ਫਿਰ 7ਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ, 8ਵੇਂ ਜਥੇਦਾਰ ਬਾਬਾ ਪ੍ਰਹਲਾਦ ਸਿੰਘ, 9ਵੇਂ ਜਥੇਦਾਰ ਬਾਬਾ ਗਿਆਨ ਸਿੰਘ ਜੀ, 10ਵੇਂ ਜਥੇਦਾਰ ਬਾਬਾ ਤੇਜਾ ਸਿੰਘ ਜੀ, ਫਿਰ 11ਵੇਂ ਜਥੇਦਾਰ ਬਾਬਾ ਸਾਹਿਬ ਸਿੰਘ ਕਲਾਧਾਰੀ, ਉਹਨਾਂ ਤੋਂ ਬਾਅਦ ਬਾਬਾ ਚੇਤ ਸਿੰਘ ਜੀ, ਫਿਰ ਬਾਬਾ ਸੰਤਾ ਸਿੰਘ ਜੀ, ਜਿਨ੍ਹਾਂ ਨੇ ਦਿੱਲੀ ਐਮਰਜੈਂਸੀ ਦੇ ਅੰਦਰ 1975 ਦੇ ਅੰਦਰ ਦਿੱਲੀ ਦੀ ਰਾਣੀ ਇੰਦਰਾ ਗਾਂਧੀ ਨੂੰ ਡੰਕੇ ਦੀ ਚੋਟ ਤੇ ਕਿਹਾ ਕਿ ਐਮਰਜੈਂਸੀ ਲੱਗੀ ਆ ਬਾਬਾ ਜੀ, ਦਿੱਲੀ ਦੇ ਅੰਦਰ ਜਲੂਸ ਨਹੀਂ ਕੱਢਣਾ। ਡੀਸੀ ਆਇਆ ਸੀ ਕਹਿਣ, ਨਿਹੰਗ ਸਿੰਘ ਸੀਗੇ ਗੁਰੂ ਦੀਆਂ ਲਾਡਲੀਆਂ ਫੌਜਾਂ, ਬਾਬਾ ਜੀ ਕਹਿੰਦੇ ਜਲੂਸ ਨਿਕਲੇ ਤੇਰਾ, ਸਿੰਘ ਤੇ ਆਪਣਾ ਮਹੱਲਾ ਕੱਢਣਗੇ। ਤੇ ਬਾਬਾ ਸੰਤਾ ਸਿੰਘ ਜੀ ਨੇ ਫੇਰ 1975 ਦੇ ਅੰਦਰ ਮਹੱਲਾ ਕੱਢਿਆ ਸੀਗਾ। ਮਹੱਲਾ ਹੁੰਦਾ ਜਦੋਂ ਖਾਲਸਾ ਹੱਲਾ ਕਰਦਾ ਹੈ, ਹਲਦੇ ਦੇ ਅੰਦਰ ਆਪਣੇ ਸ਼ਸਤਰ ਕਿਰਪਾਨ ਚੋਂ ਬਾਹਰ ਕੱਢ ਕੇ ਭੱਜਦੇ ਹੋਏ ਘੋੜਿਆਂ ਦੇ ਉੱਤੇ ਸਵਾਰ ਕੁਝ ਸਿੰਘ ਕੁਝ ਦੌੜਦੇ ਹੋਏ ਆਪਣਾ ਜਾਹੋ ਜਲਾਲ ਦਿਖਾਉਂਦੇ ਨੇ 10ਵੇਂ ਪਾਤਸ਼ਾਹ ਮਹਾਰਾਜ ਦੀ ਫੌਜ ਦਾ, ਵੀ ਅਸੀਂ ਖਾਲਸੇ ਦੀ ਫੌਜ ਆ, ਉਹਦਾ ਦਰਸ਼ਨ ਕਰਾਉਂਦੇ ਨੇ। ਸੋ ਬਾਬਾ ਸੰਤਾ ਸਿੰਘ ਜੀ ਨੇ 1975 ਦੇ ਅੰਦਰ ਦਿੱਲੀ ਦੀਆਂ ਸੜਕਾਂ ਦੇ ਉੱਤੇ ਇੱਕ ਵਾਰੀ ਇੰਦਰਾ ਗਾਂਧੀ ਨੂੰ ਵੀ ਵਫਤਾ ਪਾ ਦਿੱਤਾ ਸੀਗਾ ਕਿ ਆ ਖਾਲਸਾ ਜਿਹੜਾ ਹੁੰਦਾ ਹੈ ਉਹ ਇਸ ਤਰ੍ਹਾਂ ਨਾਨਕ ਗੁਰਦੁਆਰਾ ਨਾਨਕ ਪਿਆਓ ਸਾਹਿਬ ਤੋਂ ਮਹੱਲਾ ਕੱਢਿਆ ਸੀ ਗੁਰਦੁਆਰਾ ਬੰਗਲਾ ਸਾਹਿਬ ਤੱਕ ਸ਼ਸਤਰਾਂ ਦੇ ਨਾਲ ਐਮਰਜੈਂਸੀ ਲੱਗੇ ਦੇ ਅੰਦਰ। ਬਾਬਾ ਸੰਤਾ ਸਿੰਘ ਜੀ ਕਹਿੰਦੇ ਸਾਡਾ ਤਾਂ ਰਿਕਾਰਡ ਰਿਹਾ, ਸਾਡੇ ਤਾਂ ਸ਼ੁਰੂ ਅੱਜ ਤੱਕ ਕੋਈ ਨਿਹੰਗ ਸਿੰਘਾਂ ਤੋਂ ਕੋਈ ਜੰਗ ਦੇ ਅੰਦਰ ਭੱਜਿਆ ਨਹੀਂ। ਅਕਾਲੀ ਬਾਬਾ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਜਦੋਂ ਲੁੰਡੇ ਦਰਿਆ ਦੇ ਉੱਤੇ ਜੰਗ ਹੋਇਆ ਨਾ ਤੇ ਪਤਾ ਲੱਗਿਆ ਉੱਪਰ ਜਿਹੜੀ ਅਫਗਾਨੀਆਂ ਦੇ ਕੋਲ ਨਾ ਤੋਪਾਂ ਦੀ ਫੌਜ ਹੈ, ਤੇ ਮਹਾਰਾਜਾ ਰਣਜੀਤ ਸਿੰਘ ਕਹਿਣ ਆਇਆ ਬਾਬਾ ਜੀ ਹੌਲੀ ਜੇ ਸਿੰਘਾਂ ਦੇ ਨਾਲ ਕਿ ਆ ਬਾਬਾ ਜੀ ਇੱਕ ਬੇਨਤੀ ਆ, ਆਪਾਂ ਜੰਗ ਦਾ ਅਰਦਾਸਾ ਤਾਂ ਕਰ ਚੁੱਕੇ ਆ ਪਰ ਜੰਗ ਤੇ ਕੱਲ ਚੱਲ ਲਈਏ। ਮੇਰੇ 2 ਅਫਸਰ ਗੋਰੇ ਮੰਗਾਏ ਨੇ, ਜਨਰਲ ਅਨਲਾੜ ਤੇ ਜਨਰਲ ਅੰਤੂਰਾ, ਉਹ ਦੋਨੇ ਜਨਰਲ ਕੱਲ ਆ ਰਹੇ ਨੇ ਤੋਪਾਂ ਲੈ ਕੇ, ਆਪਾਂ ਜੰਗ ਜਿੱਤ ਜਾਵਾਂਗੇ ਅਫਗਾਨੀਆਂ ਤੋਂ, ਕਿਰਪਾ ਕਰਕੇ ਇੱਕ ਦਿਨ ਦਾ ਵਿਸ਼ਰਾਮ ਪਾ ਲਿਓ। ਫਿਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਕਿਹਾ ਸੀਗਾ ਮਹਾਰਾਜਾ ਰਣਜੀਤ ਸਿੰਘ ਤੈਨੂੰ ਮਾਣ ਹੋਏਗਾ ਆਪਣੀਆਂ ਤੋਪਾਂ ਤੇ ਫੌਜਾਂ ਤੇ, ਗੁਰੂ ਕੇ ਸਿੰਘ ਨੂੰ ਮਾਣ ਹੈ ਕਲਗੀਧਰ ਪਾਤਸ਼ਾਹ ਦੀ ਅਰਦਾਸ ਦੇ ਉੱਤੇ, ਕਰ ਅਰਦਾਸਾ ਮੁੜ ਨਹੀਂ ਸਕਦਾ ਫੂਲਾ ਸਿੰਘ ਅਕਾਲੀ। ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਅਰਦਾਸ ਕਰਕੇ ਸਿੰਘ ਪਿੱਛੇ ਪੈਰ ਨਹੀਂ ਮੋੜਿਆ ਕਰਦੇ। ਐਸੀ ਤਰ੍ਹਾਂ ਬਾਬਾ ਸੰਤਾ ਸਿੰਘ ਜੀ ਨੇ ਕਿਹਾ ਨਾਨਕ ਪਿਆਓ ਤੋਂ ਅਰਦਾਸ ਕੀਤੀ ਹੈ ਮਹੱਲੇ ਦੀ, ਇਹ ਤੇ ਬੰਗਲਾ ਸਾਹਿਬ ਜਾ ਕੇ ਹੀ ਹੁਣ ਸਮਾਪਤੀ ਹੋਵੇਗੀ, ਸੰਪੂਰਨਤਾ ਹੋਵੇਗੀ। ਰਾਣੀ ਨੂੰ ਕਹਿ ਦਿਓ ਰਸਤੇ ਦੇ ਅੰਦਰ ਸਿੰਘ ਨਹੀਂ ਭੱਜਣਗੇ, ਤੂੰ ਅੱਗੇ ਮਿਲਟਰੀ ਬੀੜਨੀਆਂ ਬੀੜ ਲੈ, ਕਿਉਂਕਿ ਸਿੰਘਾਂ ਦਾ ਸ਼ੁਰੂ ਤੋਂ ਰਿਕਾਰਡ ਰਿਹਾ ਕਦੀ ਸਿੰਘ ਮੈਦਾਨ ਦੇ ਅੰਦਰੋਂ ਭੱਜਦੇ ਨਹੀਂ। ਸੋ ਖਾਲਸਾ ਜੀ ਅੱਜ ਉਹ ਮਹਾਨ ਜਥੇਦਾਰ ਸੁਲਤਾਨੁਲ ਕੌਮ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ, ਉਹਨਾਂ ਦਾ ਹੋਰ ਵੀ ਬੇਅੰਤ ਇਤਿਹਾਸ ਹੈ, ਸਮਾਂ ਨਹੀਂ ਖਾਲਸਾ ਜੀ ਉਹ ਵਿਚਾਰਨ ਦਾ। ਉਹ ਇਤਿਹਾਸ ਕਦੀ ਮਹਾਰਾਜ ਕਿਰਪਾ ਕਰਨ ਪੰਥ ਪ੍ਰਕਾਸ਼ ਦੇ ਅੰਦਰ ਲਿਖਿਆ, ਉਹ ਵੀ ਪਾਤਸ਼ਾਹ ਸਮਾਂ ਬਣਾਉਣ ਜਦੋਂ ਅਸੀਂ ਵਿਚਾਰ ਕਰੀਏ ਸੰਗਤ ਰੂਪ ਵਿੱਚ ਸੁਣੀਏ। ਇੰਨੇ ਕੁ ਬਚਨ ਖਾਲਸਾ ਜੀ ਪ੍ਰਵਾਨ ਕਰਨੇ। ਆਪਣੇ ਸਿੰਘਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਈਏ ਤੇ ਸੁਣੀਏ। ਜੇ ਸਿੰਘਾਂ ਦਾ ਇਤਿਹਾਸ ਸੁਣਾਂਗੇ ਤਾਂ ਸਾਨੂੰ ਪਤਾ ਲੱਗੇਗਾ ਹਿਰਦੇ ਦੇ ਅੰਦਰ ਭਗਤੀ ਵਿਰਾਗ ਤੇ ਸ਼ਕਤੀ ਜਾਗੇਗੀ, ਵਿਕਾਰਾਂ ਵੱਲੋਂ ਮਨ ਮੁੜੇਗਾ। ਅੱਜ ਕਹਿੰਦੇ ਨੇ ਸਾਡੇ ਕਾਮ ਤੋਂ ਬਿਰਤੀ ਨਹੀਂ ਚੁੱਕੀ ਜਾਂਦੀ, ਕਾਮ ਤੋਂ ਬਿਰਤੀ ਕੀ ਚੁੱਕਣੀ ਹੈ? ਅਸੀਂ ਦੇਖਦੇ ਹੀ ਸਾਰਾ ਦਿਨ ਉਹਨਾਂ ਹੀਰੋਆਂ ਐਕਟਰਸ ਨੂੰ ਆ ਜਿਨ੍ਹਾਂ ਦੀ ਬਿਰਤੀ ਆਪ ਕਾਮ 'ਚ ਡੁੱਬੀ ਹੋਈ ਹੈ। ਜੇ ਅਸੀਂ ਮਹਾਨ ਸ਼ਹੀਦਾਂ ਦਾ ਇਤਿਹਾਸ ਸੁਣਾਂਗੇ, ਸ਼ਹੀਦਾਂ ਦਾ ਇਤਿਹਾਸ ਪੜਾਂਗੇ ਤੇ ਸਾਡੀ ਬਿਰਤੀ ਵੀ ਰਾਮ ਦੇ ਨਾਮ ਨਾਲ ਜੁੜੇਗੀ। ਜੇ ਇਤਿਹਾਸ ਹੀ ਉਹਨਾਂ ਦਾ ਪੜਨਾ ਜੋ ਕਾਮ ਨਾਲ ਜੁੜੇ ਨੇ ਤਾਂ ਬਿਰਤੀ ਕਾਮ 'ਚ ਹੀ ਡੁੱਬਣੀ ਹੈ। ਸੋ ਖਾਲਸਾ ਜੀ ਰਹੋ ਪੰਥ ਦੇ ਅੰਦਰ, ਮਹਾਰਾਜ ਸਭ ਨੂੰ ਸਿੱਖੀ ਦੀ ਦਾਤ ਤੇ ਚੜ੍ਹਦੀ ਕਲਾ ਅੰਮ੍ਰਿਤ ਵੇਲੇ ਦੇ ਜਾਗਣੇ, ਸਤਸੰਗਤ ਦੀਆਂ ਘੜੀਆਂ, ਗੁਰਬਾਣੀ ਜਾਪ, ਵਾਹਿਗੁਰੂ ਮੰਤਰ ਬਖਸ਼ਿਸ਼ ਕਰਨ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਲੜੀਵਾਰ ਕਥਾ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ ਜੀ।
ਪ੍ਰੇਮ ਦੇ ਨਾਲ ਸਾਰੀ ਸੰਗਤ ਗੱਜ ਵੱਜ ਕੇ ਬੋਲਣਾ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। हे गोबिंद हे गोपाल हे दयाल लाल, प्राणनाथ ना सखे दीन दर्द निवार। हे समर्थ अगम पूर्ण, ਹੋਏ ਮਿਆ ਤਾਰ, अंधकूप महाभयान। ਨਾਨਕ ਪਾਰਿ ਉਤਾਰ। आए प्रभ शरणागति, कृपा निध दयाल। एक अखर हर मन बसत, नानक होत निहाल। ਕਾਹੇ ਕਾਟੇ ਮਿਟੇ ਗਵਨ, फतेह भई मन जीत, नानक गुर ते थित पाई। ਨ ਮਿਟੈ ਨਿਤ ਨੀਤ। वाहिगुरु जी का खालसा, वाहिगुरु जी की फतेह।